ਹੋਰ ਨਹੀਂ ਬਾਬਾ ਜੀ ਥੋੜੀ ਆਵਾਜ਼ ਉੱਚੀ ਮੇਰਾ ਤਾਂ ਗੱਲ ਗੁਰੂ ਦਾ ਖਾਸ ਰੂਪ ਖਾਲਸਾ ਜੀ। ਮੈਂ ਸਤਿਕਾਰਯੋਗ ਸਾਧ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂ ਸੁਣ ਲਿਓ ਸਾਰੇ ਜਣੇ ਚੁੱਪ ਕਿ 2-4 ਮਿੰਟ ਦਾ ਕੇਵਲ ਸਮਾਂ ਲੈਣਾ ਹੈ। ਸਾਰਿਆਂ ਨੇ ਚੁੱਪ ਦਾ ਦਾਨ ਬਖਸ਼ਿਸ਼ ਕਰਕੇ, ਜੋ ਕਿ ਕੱਲ ਰੋਜ਼ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਸਾਡੇ ਇਸ ਇਲਾਕਾ ਦੇ ਵਿੱਚ, ਇਸ ਖੇਤਰ ਦੇ ਵਿੱਚ ਜੋ ਇਹ ਮੰਦਭਾਗੀ ਘਟਨਾ ਵਰਤੀ ਹੈ, ਕੱਲੇ ਸਿੱਖ ਸਮਾਜ ਦੇ ਹੀ ਨਹੀਂ ਬਲਕਿ ਜਿਹੜੀਆਂ ਵੀ ਇੱਥੇ ਕੌਮਾਂ ਵਸਦੀਆਂ ਨੇ, ਸਾਰੀਆਂ ਕੌਮਾਂ ਦੇ ਜਿਹੜੇ ਦਿਲ ਨੇ ਉਹ ਬਲੂੰਦਰੇ ਗਏ ਨੇ। ਕੱਲ 10 ਨੂੰ ਗ੍ਰੰਥੀ ਸਭਾ ਗਰੁੱਪ ਦੇ ਵਿੱਚ ਵੀਡੀਓ ਵਾਇਰਲ ਹੋਈਆਂ, ਉਸ ਦੇ ਵਿੱਚ ਜਾਣਕਾਰੀ ਮਿਲੀ ਗ੍ਰੰਥੀ ਸਿੰਘ ਇਸ ਖੇਤਰ ਦੇ ਨੇ, ਜਿਹੜੇ ਸਤਿਕਾਰਯੋਗ ਗਿਆਨੀ ਤ੍ਰਿਲੋਕ ਸਿੰਘ ਜੀ, ਉਹਨਾਂ ਨੂੰ ਵੀ ਫੋਨ ਤੇ ਗੱਲਬਾਤ ਕੀਤੀ ਗਈ। ਉਹਨਾਂ ਨੇ ਇੱਥੋਂ ਦਾ ਪੂਰੀ ਡਿਟੇਲ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਗਈ ਕਿ ਇਹ ਜਿਹੜੀ ਮੰਦਭਾਗੀ ਘਟਨਾ ਹੈ ਉਹ ਗੁਰਦੁਆਰਾ ਚੰਪਤਪੁਰ ਵਿਖੇ ਵਾਪਰ ਚੁੱਕੀ ਹੈ। ਸੋ ਮੈਂ ਸਾਧ ਸੰਗਤ ਜੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪਿਛਲੇ ਸਾਲ ਦਾਸ ਦੀ ਡਿਊਟੀ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਇਸ ਇਲਾਕੇ ਦੇ ਵਿੱਚ, ਇਸ ਖੇਤਰ ਦੇ ਵਿੱਚ ਲੱਗੀ। ਲਗਭਗ ਵੀਰ ਭਾਣ ਤੱਕ, ਧਾਮਪੁਰ ਤੱਕ, ਨਜੀਬਾਬਾਦ ਤੱਕ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਾ ਕਰਕੇ ਦਾਸ ਨੇ ਚੈਕਿੰਗ ਕੀਤੀ। ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਬਿਰਧ ਸਰੂਪ ਸਨ, ਉਹਨਾਂ ਦਾ ਵੀ ਬਾਇਓਡਾਟਾ ਲਿਆ ਗਿਆ, ਜਾਣਕਾਰੀ ਲਈ ਗਈ। ਪ੍ਰਬੰਧਕ ਕਮੇਟੀਆਂ ਦੇ ਨਾਲ ਵੀ ਵਿਚਾਰਾਂ ਕੀਤੀਆਂ ਗਈਆਂ। ਸੋ ਇੱਥੇ ਜਦੋਂ ਇਸ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਅਸੀਂ, ਤੇ ਗੱਲ ਗੁੱਸਾ ਕਰਨ ਦੀ ਨਹੀਂ ਕਿ ਇੱਥੋਂ ਦੀ ਕਮੇਟੀ ਮੇਰੇ ਤੇ ਕੋਈ ਰੋਸ ਪ੍ਰਗਟ ਕਰੇ। ਇੱਕ ਕੌਮ ਦਾ ਪ੍ਰਚਾਰਕ ਹੋਣ ਦੇ ਨਾਤੇ ਮੈਂ ਗੱਲ ਇਸ ਸਾਧ ਸੰਗਤ ਦੇ ਵਿੱਚ ਸਪਸ਼ਟ ਕਰਨੀ ਚਾਹੁੰਦਾ ਕਿ ਸਾਨੂੰ 2 ਘੰਟੇ ਇਸ ਗੁਰਦੁਆਰਾ ਸਾਹਿਬ ਵਿੱਚ ਇੰਤਜ਼ਾਰ ਕਰਨਾ ਪਿਆ। ਕੋਈ ਕਮੇਟੀ ਆਵੇ, ਕੋਈ ਪ੍ਰਧਾਨ ਆਵੇ, ਕੋਈ ਗ੍ਰੰਥੀ ਸਿੰਘ ਆਵੇ। ਲਗਭਗ 2 ਘੰਟੇ ਬਾਅਦ ਇੱਥੇ ਗ੍ਰੰਥੀ ਸਿੰਘ ਤੇ ਨਹੀਂ ਆ ਸਕੇ, ਪ੍ਰਧਾਨ ਸਾਹਿਬ ਆਏ, ਹੋਰ 2-4 ਸਿੰਘ ਆਏ, 2-4 ਬੀਬੀਆਂ ਆਈਆਂ, ਉਹਨਾਂ ਦੇ ਨਾਲ ਵਿਚਾਰਾਂ ਕੀਤੀਆਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕੀਤੇ ਗਏ। ਸੋ ਦਾਸ ਦੀ ਇਹ ਬੇਨਤੀ ਹੈ, ਕਹਿਣਾ ਮੈਂ ਇਹ ਚਾਹੁੰਦਾ ਕਿ ਜਿੱਥੇ ਵੀ ਅਸੀਂ ਲਗਭਗ ਇਸ ਏਰੀਆ ਦੇ ਵਿੱਚ 100 ਤੋਂ ਉੱਤੇ ਗੁਰਦੁਆਰਾ ਸਾਹਿਬਾਨ ਨੇ, ਵੀਰ ਭਾਣ ਤੋਂ ਲੈ ਕੇ ਤੇ ਕੁੰਡੇ ਚਰਾਏ ਤੱਕ ਦੀ ਜੇ ਲਿਸਟ ਸਾਡੇ ਕੋਲ ਇਸ ਟਾਈਮ ਵੀ ਮੌਜੂਦ ਆ। ਕੱਲੇ ਕੱਲੇ ਗ੍ਰੰਥੀ ਸਿੰਘ ਦੇ ਨੰਬਰ ਉਹਦੇ ਤੇ, ਪ੍ਰਬੰਧਕਾਂ ਦੇ ਨੰਬਰ ਮੌਜੂਦ ਕੀਤੇ ਸਨ ਅਸੀਂ, ਕਿਉਂਕਿ ਸਾਨੂੰ ਇਹ ਆਰਡਰ ਆਇਆ ਸੀਗਾ। ਸੋ 100 ਤੋਂ ਉੱਤੇ ਗੁਰਦੁਆਰਾ ਸਾਹਿਬਾਨ ਨੇ ਤੇ ਲਗਭਗ 70% ਗੁਰੂ ਘਰਾਂ ਦੇ ਵਿੱਚ ਵਜ਼ੀਰ ਸਾਨੂੰ ਪ੍ਰਾਪਤ ਨਹੀਂ ਮਿਲੇ। 2-2 ਘੰਟੇ, 3-3 ਘੰਟੇ ਇੰਤਜ਼ਾਰ ਕਰਨਾ ਪਿਆ। ਜਿਹੜੀ ਅਸੀਂ ਵੈਰੀਫਿਕੇਸ਼ਨ 15 ਦਿਨਾਂ ਦੇ ਵਿੱਚ ਕਰਨੀ ਸੀ, ਸਾਨੂੰ 2 ਮਹੀਨੇ ਦਾ ਸਮਾਂ ਲੱਗਾ। ਇਸ ਕਰਕੇ ਮੈਂ ਪ੍ਰਬੰਧਕਾਂ ਨੂੰ, ਇੱਥੇ ਸਭਾ ਸੁਸਾਇਟੀਆਂ ਜੁੜੀਆਂ ਬੈਠੀਆਂ ਨੇ, ਸਤਿਕਾਰਯੋਗ ਗ੍ਰੰਥੀ ਸਿੰਘ ਜੁੜੇ ਬੈਠੇ ਨੇ, ਪ੍ਰਬੰਧਕ ਕਮੇਟੀਆਂ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਗੁਰੂ ਘਰਾਂ ਦੇ ਵਿੱਚ ਭਾਵੇਂ 2 ਕਿਲੋਮੀਟਰ ਤੇ ਜਾਣਾ ਪਵੇ, ਚਾਹੇ 4 ਕਿਲੋਮੀਟਰ ਤੇ ਜਾਣਾ ਪਵੇ, ਲੇਕਿਨ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਹੈ ਜਿਹੜੀ ਉਹ ਇਸ ਤਰੀਕੇ ਦੇ ਨਾਲ ਹੋਵੇ ਕਿ ਗ੍ਰੰਥੀ ਸਿੰਘ ਨੂੰ ਪੂਰਾ ਮਾਣ ਸਤਿਕਾਰ ਵੀ ਮਿਲ ਸਕੇ, ਉੱਥੋਂ ਦੀ ਸੰਗਤ ਨੂੰ ਵੀ ਜੋੜ ਸਕੇ, ਕੋਈ ਬੱਚਿਆਂ ਨੂੰ ਵੀ ਗੁਰਮਤ ਦੇ ਨਾਲ ਜੋੜ ਸਕੇ। ਭਲਾ 2 ਕਿਲੋਮੀਟਰ ਜਾਣਾ ਪਵੇ, ਭਲਾ 1 ਕਿਲੋਮੀਟਰ ਜਾਣਾ ਪਵੇ। ਅੱਜ ਤੋਂ ਜੇ 50 ਸਾਲ ਪਿੱਛੇ ਦਾ ਇਤਿਹਾਸ ਵੇਖਿਆ ਜਾਵੇ ਤੇ 50 ਸਾਲ ਪਿੱਛੇ ਦੇ ਇਤਿਹਾਸ ਦੇ ਵਿੱਚ ਗੁਰਦੁਆਰਾ ਸਾਹਿਬਾਨ ਸੀ ਜਿਹੜੇ ਉਹ 10-10 ਕਿਲੋਮੀਟਰ ਤੇ ਸ਼ਰਧਾ ਉਹਨਾਂ ਦੀਆਂ ਵੇਖੀਆਂ ਜਾਣ, ਬਜ਼ੁਰਗਾਂ ਦੀਆਂ, ਵੱਡ ਵਡੇਰੇ ਜੁੜ ਬੈਠੇ ਨੇ ਇੱਥੇ, ਉਹਨਾਂ ਦੀਆਂ ਸਾਡੇ ਨਾਲੋਂ ਸ਼ਰਧਾ ਜ਼ਿਆਦੀਆਂ ਸਨ। ਇਹਦੇ ਵਿੱਚ ਕੋਈ ਸ਼ੱਕ ਨਹੀਂ, 10-10 ਕਿਲੋਮੀਟਰ ਤੇ ਵੀ ਜਾਂਦੇ ਰਹੇ। ਅੱਜ ਮੋਟਰਸਾਈਕਲਾਂ ਦਾ ਜ਼ਮਾਨਾ ਹੈ, ਸਾਈਕਲਾਂ ਨੂੰ ਛੱਡ ਕੇ ਕਾਰਾਂ ਦਾ ਜ਼ਮਾਨਾ ਆ ਗਿਆ। ਉਹ ਬਜ਼ੁਰਗ ਉਦੋਂ 10 ਕਿਲੋਮੀਟਰ ਤੇ ਪੈਦਲ ਜਾਂਦੇ ਰਹੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਗੁਰੂ ਘਰਾਂ ਦੇ ਵਿੱਚ ਜਿੱਥੋਂ ਸਾਨੂੰ ਸੋਝੀ ਮਿਲਣੀ ਸੀ, ਉਹ ਗੁਰਦੁਆਰਿਆਂ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਗੁਰਮੁਖੀ ਵੀ ਦੇ ਨਾਲ ਵੀ ਜੋੜਦੇ ਰਹੇ। ਅੱਜ ਸਾਡੇ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ 1-1 ਕਿਲੋਮੀਟਰ ਦੇ ਵਿੱਚ 4-4 ਗੁਰਦੁਆਰੇ ਸਾਹਿਬ ਬਣਾ ਲਏ ਆ, ਜਾਤਾਂ ਪਾਤਾਂ ਦੇ ਵਿੱਚ ਵੰਡ ਲਏ ਆ। ਜਿਸ ਤਰ੍ਹਾਂ ਸਤਿਕਾਰਯੋਗ ਸਿੰਘਾਂ ਨੇ ਮੇਰੇ ਤੋਂ ਪਹਿਲਾਂ ਬੜੇ ਸੁਚੱਜੇ ਢੰਗ ਦੇ ਨਾਲ
ਆਪ ਜੀ ਦੇ ਨਾਲ ਇਹ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਸੋ ਦਾਸ ਦੀ ਬੇਨਤੀ ਹੈ ਕਿ ਗੁਰਦੁਆਰਾ ਸਾਹਿਬਾਨ ਬਣਾਉਣੇ ਬਹੁਤ ਸੌਖੀ ਗੱਲ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। 5-5 10-10 ਹਜ਼ਾਰ ਰੁਪਈਆ ਲਾ ਕੇ 10-5 ਲੱਖ ਰੁਪਈਆ ਇਕੱਠਾ ਕਰਕੇ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਖੜਿਆ ਕਰ ਦੋ, ਲੇਕਿਨ ਉਹਨਾਂ ਦੇ ਪ੍ਰਬੰਧ ਚਲਾਉਣੇ, ਜਿਹੜੇ ਪ੍ਰਬੰਧ ਚਲਾਉਂਦੇ ਨੇ ਕਮੇਟੀਆਂ, ਉਹਨਾਂ ਨੂੰ ਪੁੱਛ ਕੇ ਵੇਖਿਆ ਜਾਵੇ ਪ੍ਰਬੰਧ ਚਲਾਉਣੇ ਉਹਨਾਂ ਦੇ ਕਿਸ ਤਰ੍ਹਾਂ ਨੇ, ਉਹਨਾਂ ਤੋਂ ਜਾਣਕਾਰੀਆਂ ਲਈਆਂ ਜਾਣ। ਜਿਸ ਤਰ੍ਹਾਂ ਸਤਿਕਾਰਯੋਗ ਕਮੇਟੀ ਅਫਜ਼ਲਗੜ੍ਹ ਦੀ ਬੜੇ ਪੜ੍ਹੇ ਲਿਖੇ ਨੇ, ਵਿਚਾਰਾਂ ਹੁੰਦੀਆਂ ਰਹਿੰਦੀਆਂ ਨੇ, ਤੇ ਦਾਸ ਦੀ ਇਹੀ ਬੇਨਤੀ ਹੈ ਹੱਥ ਜੋੜ ਕੇ ਨਿਮਰਤਾ ਸਹਿਤ ਕਿ ਜੇ 2 ਕਿਲੋਮੀਟਰ ਤੱਕ ਵੀ ਏਰੀਏ ਦੇ ਵਿੱਚ ਕੋਈ ਗੁਰਦੁਆਰਾ ਸਾਹਿਬਾਨ ਹੈ ਤੇ ਆਪਾਂ ਜੇ ਇੱਥੋਂ ਦਾ ਪ੍ਰਬੰਧ ਨਹੀਂ ਸਾਧ ਸੰਗਤ ਕਰ ਸਕਦੀ, ਇੱਥੋਂ ਦੀ ਪ੍ਰਬੰਧਕ ਕਮੇਟੀ ਨਹੀਂ ਕਰ ਸਕਦੀ, ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ। ਜੇ ਉਹ ਨਹੀਂ ਕਰ ਸਕਦੇ ਸੋ ਇਹ ਗੁਰਦੁਆਰਾ ਸਾਹਿਬਾਨ ਹੈ ਜੋ ਇਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਸਰੂਪ ਸਤਿਕਾਰਯੋਗ ਮਹਾਪੁਰਸ਼ ਜੁੜ ਬੈਠੇ ਨੇ, ਇਹਨਾਂ ਦੇ ਸਥਾਨਾਂ ਤੇ ਪਹੁੰਚਾ ਦਿੱਤੇ ਜਾਣ। ਸੋ ਹੋਰ ਵਿਦਵਾਨ ਜੁੜ ਬੈਠੇ ਨੇ, ਇਹਨਾਂ ਦੇ ਨਾਲ ਵੀ ਵਿਚਾਰ ਕੀਤੀ ਜਾਵੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਸਾਡੇ ਇਲਾਕੇ ਦੇ ਵਿੱਚ, ਸਾਡੇ ਖੇਤਰ ਦੇ ਵਿੱਚ ਨਾ ਵਰਤ ਸਕੇ। ਸੋ ਜਿਹੜੀ ਕੱਲ ਇਹ ਬੇਅਦਬੀ ਹੋਈ ਹੈ, ਦਾਸ ਆਪ ਜੀ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਉਹ ਦੋਸ਼ੀ ਦੇ ਖਿਲਾਫ ਅੱਜ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਇੱਥੋਂ ਦੀ ਪ੍ਰਬੰਧਕ ਕਮੇਟੀ, ਗ੍ਰੰਥੀ ਸਭਾ, ਹੋਰ ਸਭਾ ਸੁਸਾਇਟੀਆਂ, ਕਾਰ ਸੇਵਾ ਵਾਲੇ ਮਹਾਪੁਰਸ਼ ਵੀ ਜੁੜ ਬੈਠੇ ਨੇ। ਮੈਂ ਇੱਕ ਆਪ ਜੀ ਦਾ ਬੱਚਾ ਹੋਣ ਦੇ ਨਾਤੇ ਆਪ ਜੀ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਨੱਥ ਪਾਈ ਜਾਵੇ। ਆਉਣ ਵਾਲੇ ਸਮੇਂ ਨੂੰ ਆਪਾਂ ਵੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਹ ਬੇਅਦਬੀਆਂ ਨੂੰ ਆਪਾਂ ਰੋਕ ਸਕਦੇ ਹਾਂ। ਖਾਸ ਕਰ ਅੱਗੇ ਪੰਜਾਬ ਦੇ ਵਿੱਚ ਬੇਅਦਬੀਆਂ ਬਹੁਤ ਸੋਸ਼ਲ ਮੀਡੀਆ ਤੇ ਆਪ ਜੀ ਵੇਖਦੇ ਰਹਿੰਦੇ ਹੋ। ਸਾਡੇ ਇਲਾਕੇ ਦੇ ਵਿੱਚ ਮੈਂ ਸਮਝਦਾ ਕਿ ਮੇਰੀ ਹੋਸ਼ ਦੇ ਵਿੱਚ ਪਹਿਲੀ ਵਾਰ ਇਹ ਬੇਅਦਬੀ ਜਿਹੜੀ ਹੈ ਉਹ ਹੋਈ ਹੈ। ਸੋ ਮੇਰੀ ਬੇਨਤੀ ਹੈ ਕਿ ਨਾ ਇਹ ਬੇਅਦਬੀ ਦੋਸ਼ੀ ਹੈ, ਨਾ ਉਹ ਬਖਸ਼ਣਯੋਗ ਹੈ, ਉਹਦੇ ਖਿਲਾਫ ਅੱਜ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਆਉਣ ਵਾਲੀਆਂ ਜਨਰੇਸ਼ਨਾਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕੇ ਕਿ ਗੁਰੂ ਘਰਾਂ ਦੇ ਵਿੱਚ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਉੱਤੇ ਕਿਸ ਤਰ੍ਹਾਂ ਉਂਗਲ ਚੁੱਕੀ ਦੀ ਹੈ। ਇਹ ਦੱਸ ਦੀ ਬੇਨਤੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਦੋਂ ਗੁਰਤਾ ਗੱਦੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਦਿੱਤੇ, ਉਹਨਾਂ ਨੇ ਇਹ ਕਿਹਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ, ਕਿ ਜਿਹੜਾ ਖਾਲਸਾ ਹੈ, ਪੰਥ ਆ, ਉਹਦੇ ਵਿੱਚ ਸਾਡਾ ਵਾਸਾ ਹੋਏਗਾ। ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ, ਉਹਦੇ ਵਿੱਚ ਸਾਡੀ ਆਤਮਾ ਹੋਏਗੀ। ਸਰੂਪ ਸਾਡਾ ਪੰਥ ਦੇ ਵਿੱਚ ਹੋਏਗਾ। ਅੱਜ ਸਾਰਾ ਸਰੂਪ ਖਾਲਸਾ ਪੰਥ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪੂਰਣਿਆਂ ਦੇ ਉੱਤੇ ਜਿਹੜੀਆਂ ਵਿਚਾਰਧਾਰਾਂ ਸਤਿਗੁਰੂ ਜੀ ਨੇ ਸਾਨੂੰ ਸਮਝਾਈਆਂ, ਉਹਨਾਂ ਦੇ ਉੱਤੇ ਪੂਰਣੇ ਉਤਰ ਸਕੀਏ। ਸੋ ਇੰਨੀਆਂ ਕੁ ਬੇਨਤੀਆਂ ਦੱਸਦੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਮਾਂ ਬੜਾ ਸੀਮਤ ਹੈ। ਦਾਸ ਬੇਅੰਤ ਭੁੱਲਾਂ ਕੋਈ ਸਾਧ ਸੰਗਤ ਦੇ ਖਿਲਾਫ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਖਿਲਾਫ ਕੋਈ ਅਪਸ਼ਬਦ ਨਿਕਲ ਗਿਆ ਹੋਵੇ, ਪ੍ਰਬੰਧਕ ਕਮੇਟੀਆਂ ਦੇ ਖਿਲਾਫ ਕੋਈ ਅਪਸ਼ਬਦ ਨਿਕਲ ਗਿਆ ਹੋਵੇ, ਸਾਧ ਸੰਗਤ ਬਖਸ਼ਣਯੋਗ ਨੇ। ਪਿਆਰ ਸਤਿਕਾਰ ਦੇ ਨਾਲ ਕਹਿ ਦੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਸਿੰਘ ਜੀ ਸ਼੍ਰੋਮਣੀ ਕਵੀਸ਼ਰ ਜੀ ਦਾ ਬਹੁਤ ਬਹੁਤ ਸ਼ੁਕਰਾਨਾ, ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ। ਹੁਣੇ ਜਾਣਕਾਰੀ ਮਿਲੀ ਹੈ ਕਿ ਪੁਲਿਸ ਡਿਪਾਰਟਮੈਂਟ ਜਿਹੜਾ ਉਹ ਉਸ ਮੁਲਜ਼ਮ ਨੂੰ ਲੈ ਕੇ ਇੱਥੇ ਆ ਰਿਹਾ, ਮਤਲਬ ਸੰਗਤ ਦੇ ਵਿੱਚ। ਤੇ ਵੈਸੇ ਤੇ ਸੰਗਤ ਦੀ ਰਾਏ ਬਣਦੀ ਸਾਰੀ ਤੇ ਫੇਰ ਹੀ ਉਹਨੂੰ ਲੈ ਕੇ ਆਉਣਾ ਚਾਹੀਦਾ ਸੀ। ਜੋ 5 ਮੈਂਬਰੀ ਕਮੇਟੀ, ਜਿੱਦਾਂ ਅਸੀਂ ਸੁਝਾਅ ਦਿੱਤਾ ਸੀ ਕਿ 5 ਮੈਂਬਰੀ ਕਮੇਟੀ ਨੂੰ ਸੰਗਤ ਪੂਰੀ ਪਾਵਰ ਦੇਗੀ, ਜੋ ਇੱਥੇ ਨਿਰਣਾ ਲਏਗੀ ਸਾਰਿਆਂ ਨੂੰ ਮੰਨਿਆ ਹੋਵੇਗਾ। ਤੇ ਅਗਰ ਉਹ ਲੈ ਕੇ ਆ ਰਹੇ ਨੇ ਤੇ ਉਹਦੇ ਵਾਸਤੇ ਕੀ ਸਾਰਿਆਂ ਦਾ ਸੁਝਾਅ ਹੈ, ਉਹਨੂੰ ਫਿਰ ਆਪਾਂ 5 ਮੈਂਬਰੀ ਕਮੇਟੀ ਦੀ ਚੋਣ ਕਰ ਲੈਣੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਗੱਲਬਾਤ ਕਰਨੀ ਹੈ। ਤੇ ਬਾਕੀ ਵੈਸੇ ਤੇ ਉਹਨਾਂ ਨਾਲ ਪਹਿਲਾਂ ਬਾਅਦ ਚ ਆਪਣਾ ਫਾਈਨਲ ਹੋਣ ਤੋਂ ਬਾਅਦ ਉਹਨਾਂ ਨਾਲ 5 ਹੀ ਬੰਦੇ ਗੱਲ ਕਰਦੇ ਤੇ ਜ਼ਿਆਦਾ ਬਿਹਤਰ ਹੈ। ਇੱਥੇ ਲੈ ਕੇ ਆਉਣਾ ਸੰਗਤ ਦੇ ਵਿਚਾਰ ਲੈ ਲਓ ਕਿ ਹਾਂਜੀ। ਬਾਕੀ ਉਹ ਸਾਡੇ ਜਿੰਨੀ ਪਰਮਾਤਮਾ ਨੇ ਸਮੱਤ ਬਖਸ਼ੀ ਉਹਦੇ ਮੁਤਾਬਕ ਅਸੀਂ ਤੇ ਗੱਲ ਕਹਿ ਸਕਦੇ ਹਾਂ ਕਿ ਇੱਥੋਂ ਦੇ ਗ੍ਰੰਥੀ ਸਾਹਿਬਾਨ ਤੇ ਇੱਥੋਂ ਦੀ ਕਮੇਟੀ ਜਿਹੜੀ ਹੈ, ਚਾਹੇ ਪਹਿਲੀ ਸੀ ਚਾਹੇ ਹੁਣ ਵਾਲੀ ਸੀ, ਉਹਨੂੰ ਜ਼ਰੂਰ ਤਨਖਾਹ ਲੱਗਣੀ ਚਾਹੀਦੀ ਹੈ। ਉਹੀ ਇਸ ਗੱਲ ਦੇ
ਜਿਹੜਾ ਉਹਨਾਂ ਨੇ ਘਟਨਾ ਹੋਈ ਹੈ ਉਹਨਾਂ ਦੇ ਕਾਰਨ ਵਾਪਰੀ ਹੈ। ਤੇ ਇਸ ਕਰਕੇ ਸਜ਼ਾ ਉਹਨੂੰ ਦੇ ਦੋਗੇ, ਉਹ ਦੇਣੀ ਵੀ ਚਾਹੀਦੀ ਹੈ। ਸਾਰੀ ਸੰਗਤ ਜਿੰਨਾ ਸਾਰਾ ਸਾਡਾ ਸਮਾਜ ਹੈ ਉਹ ਇਸ ਗੱਲ ਤੇ ਪੂਰਾ ਕੋਸ਼ਿਸ਼ ਕਰੇਗਾ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੰਡ ਦਿੱਤਾ ਜਾਵੇ। ਲੇਕਿਨ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਜਿਹੜੀ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਸੀ ਇਹਨੂੰ ਵੀ ਕੁਛ ਨਾ ਕੁਛ ਸਜ਼ਾ ਜ਼ਰੂਰ ਦਿੱਤੀ ਜਾਏ। ਕੱਲ੍ਹ ਨੂੰ ਦੂਜੀਆਂ ਕਮੇਟੀਆਂ ਨੂੰ ਸਤਰਕ ਰਹਿਣ ਵੀ ਇਹ ਘਟਨਾ ਨਹੀਂ ਹੋਣੀ ਚਾਹੀਦੀ। ਬਾਬਾ ਜੀ ਨੂੰ ਸਮਾਂ ਦੇ ਲਓ ਪਹਿਲੇ। ਤੇ ਹੁਣ ਮੈਂ ਕੋਈ ਹੋਰ ਸੱਜਣ ਆਪਣੇ ਥੋੜੇ ਸਮੇਂ 'ਚ ਵਿਚਾਰ ਰੱਖਣਾ ਚਾਹੁੰਦਾ ਹੋਏ ਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੇ ਥੋੜੇ ਸਮੇਂ 'ਚ ਉਹ ਬਾਬਾ ਜੀ ਨੂੰ ਦਿਓ ਨਾ, ਹੁਣ ਇੱਥੇ ਤਾਂ ਸਾਰੇ ਬੈਠੇ ਨੇ, ਸਾਰੇ ਵਕਤੇ ਨੇ ਗਾਉਣ ਵਾਲੇ ਨੇ। ਆਓ ਜੀ 1 ਮਿੰਟ 'ਚ ਤੁਸੀਂ ਆਪਣੀ ਗੱਲ ਰੱਖੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਚਾਰ ਤਖਤ ਦੇ ਮਾਲਕ ਗੱਦੀ ਤੇ ਬਿਰਾਜਮਾਨ ਅਤੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿਓ ਜੀ।